ਫਗਵਾੜਾ ਸਾਹਿਬ ਤੁਹਾਡੇ ਕੋਲੇ ਕੀ ਸਬੂਤ ਹੈ? ਤੁਸੀਂ ਲਗਾਤਾਰ ਇਲਜ਼ਾਮ ਲਾਉਂਦੇ ਆ ਰਹੇ ਹੋ ਸੁਖਦੇਵ ਸਿੰਘ ਢੀਂਡਸਾ ਤੇ ਕਿ ਮਸਤੂਆਣਾ ਸਾਹਿਬ ਟਰਸਟ ਤੇ ਉਹ ਕਾਬਜ਼ ਨੇ। ਬੜੇ ਲੰਮੇ ਸਮੇਂ ਤੋਂ ਸਰਦਾਰ ਢੀਂਡਸਾ ਸਾਹਿਬ ਗੈਰ ਕਾਨੂੰਨੀ ਤੌਰ ਤੇ ਕਾਬਜ਼ ਨੇ। ਮੈਂ ਤਾਂ ਟਰਸਟ ਦਾ ਚੁਣਿਆ ਹੋਇਆ ਟਰਸਟ ਆ, ਮੈਂ ਕੋਈ ਆਪਣੇ ਆਪ ਥੋੜਾ ਬਣਿਆ। ਤੇ ਜਦੋਂ ਉਹ ਬਣਨ ਲੱਗੀ ਸੀ ਤੁਸੀਂ ਉਦੋਂ ਕਿਉਂ ਨਹੀਂ ਮੋਰਚਾ ਵਿੱਢਿਆ? ਇਹ ਤਾਂ ਬਹੁਤ ਲੰਮੇ ਸਮੇਂ ਤੋਂ ਪੁਰਾਣੀ ਇਹਦੀ ਹਿਸਟਰੀ ਆ, ਬਣਦੀ ਆ ਰਹੀ ਆ। ਢੀਂਡਸਾ ਸਾਹਿਬ ਤੇ ਸਮੇਂ-ਸਮੇਂ ਤੇ ਜਿਹੜੇ ਸਾਡੇ ਸਿੱਖ ਬੈਠੇ ਜਿਹੜੇ ਗਦਾਰੀ ਕਰਨ ਵਾਲੇ ਨੇ ਪੰਥ ਦੇ ਨਾਲ, ਪੰਥ ਦੇ ਹਿੱਤਾਂ ਦੇ ਨਾਲ, ਉਹਨਾਂ ਨੇ ਇਸ ਨੂੰ ਨੇਪਰੇ ਚਾੜਿਆ। ਚਲੋ ਗੁਰੂ ਰਾਮਦਾਸ ਦੀ ਬਰਾਬਰ ਤਾਂ ਤੇਰੇ ਵਰਗੇ ਕਰਦੇ ਹੋਣਗੇ, ਮੈਂ ਤਾਂ ਕੋਈ ਨਹੀਂ ਕਰਦਾ। ਅਗਰ ਮੇਰਾ ਕੋਈ ਸਾਬਤ ਕਰ ਦੇ ਕਿ ਮੇਰਾ ਕੋਈ ਕੰਟਰੋਲ ਹੈ ਜਾਂ ਟਰਸਟ ਦਾ ਕੋਈ ਕੰਟਰੋਲ ਹੈ ਉੱਤੇ। ਨਹੀਂ ਠੀਕ ਹੈ ਜੀ, ਠੀਕ ਆ। ਇਹ ਮੈਂ ਤੁਹਾਨੂੰ ਥ੍ਰੈਟ ਨਹੀਂ ਕਰਦਾ, ਤੁਸੀਂ ਮੈਨੂੰ ਥ੍ਰੈਟ ਕਰਦੇ ਹੋ, ਕੋਈ ਗੱਲ ਨਹੀਂ, ਵੱਡੇ ਹੋ ਮੇਥੋਂ। ਜਿੱਥੇ ਕਹੋਗੇ ਓਪਨ ਡਿਬੇਟ ਦੇ ਲਈ ਤਿਆਰ ਹਾਂ ਜੀ। ਅਕਾਲ ਤਖਤ ਚੱਲੇ ਅਕਾਲ ਤਖਤ ਦੇ ਜਥੇਦਾਰ ਕੋਲ ਚੱਲ ਕਰ ਲੈ ਡਿਬੇਟ ਜਿਹੜੀ ਮਰਜ਼ੀ। ਇਲਜ਼ਾਮ ਤੁਹਾਡੇ ਤੇ ਵੀ ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਲਾਤੇ ਨੇ, ਤੁਹਾਨੂੰ ਬਲੈਕਮੇਲਰ ਤੱਕ ਕਹਿ ਦਿੱਤਾ, ਅਕਾਲ ਤਖਤ ਸਾਹਿਬ ਤੇ ਜਾਣ ਦੀ ਚੁਣੌਤੀ ਦੇ ਦਿੱਤੀ ਹੈ। ਕਦੋਂ ਪਹੁੰਚ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਅਸੀਂ ਸਿੱਧੀ ਗੱਲਬਾਤ ਕਰਾਂਗੇ, ਡਾਇਰੈਕਟ ਗੱਲਬਾਤ ਹੋਏਗੀ ਕਿ ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਤੇ ਬੜੇ ਸਵਾਲ ਉੱਠਦੇ ਨੇ। ਨਵਾਂ ਅਕਾਲੀ ਦਲ ਉਹਨਾਂ ਨੇ ਬਣਾਇਆ, ਉਹਦੇ ਪ੍ਰਧਾਨ ਬਣੇ ਨੇ, ਪਰ ਢੀਂਡਸਾ ਸਾਹਿਬ ਤੇ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਜਿਹੜਾ ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮਾਡਲ ਤਿਆਰ ਕੀਤਾ ਗਿਆ, ਹਰਮੰਦਰ ਸਾਹਿਬ ਦੇ ਵਰਗਾ ਗੁਰਦੁਆਰਾ ਸਾਹਿਬ ਉੱਥੇ ਸਥਾਪਿਤ ਕੀਤਾ ਗਿਆ, ਇਮਾਰਤ ਬਣਾਈ ਗਈ, ਉਸ ਨੂੰ ਜਿਹੜਾ ਤਬਦੀਲੀਆਂ ਕੀਤੀਆਂ ਜਾਣ। ਅਸੀਂ ਢੀਂਡਸਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇਸ ਮਸਲੇ ਤੇ। ਇਸ ਪ੍ਰੋਗਰਾਮ ਦੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੀ ਸਾਡੇ ਨਾਲ ਜੁੜਨਗੇ। ਸਾਡੇ ਨਾਲ ਇਸ ਵੇਲੇ ਪਰਸ਼ੋਤਮ ਸਿੰਘ ਫੱਗੂਵਾਲਾ ਮੌਜੂਦ ਨੇ, ਜਿਹੜੇ ਲਗਾਤਾਰ ਇਸ ਉੱਤੇ ਮੋਰਚਾ ਲਾਉਂਦੇ ਆ ਰਹੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਪਿਛਲੇ 40 ਸਾਲ ਤੋਂ ਮਸਤੂਆਣਾ ਸਾਹਿਬ ਟਰਸਟ ਦੇ ਉੱਤੇ ਕਾਬਜ਼ ਨੇ। ਫੱਗੂਵਾਲਾ ਸਾਹਿਬ ਦਾ ਸਵਾਗਤ ਕਰ ਲੈਂਦੇ ਆ, ਪੂਰੀ ਗੱਲਬਾਤ ਜਾਣਾਂਗੇ। ਫੱਗੂਵਾਲਾ ਸਾਹਿਬ ਤੁਹਾਡਾ ਸਵਾਗਤ ਹੈ D5 ਚੈਨਲ ਤੇ। ਧੰਨਵਾਦ ਜੀ D5 ਚੈਨਲ ਦਾ। ਆਓ ਸਾਰੇ ਪਹਿਲਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫੱਗੂਵਾਲਾ ਸਾਹਿਬ ਤੁਹਾਡੇ ਕੋਲੇ ਕੀ ਸਬੂਤ ਹੈ? ਤੁਸੀਂ ਲਗਾਤਾਰ ਇਲਜ਼ਾਮ ਲਾਉਂਦੇ ਆ ਰਹੇ ਹੋ ਸੁਖਦੇਵ ਸਿੰਘ ਢੀਂਡਸਾ ਤੇ ਕਿ ਮਸਤੂਆਣਾ ਸਾਹਿਬ ਟਰਸਟ ਤੇ ਉਹ ਕਾਬਜ਼ ਨੇ। ਇਹ ਇਲਜ਼ਾਮ ਨਹੀਂ ਹੈਗੇ ਜੀ, ਇਹ ਹਕੀਕਤ ਹੈ। ਹਕੀਕਤ ਦਾ ਮਤਲਬ ਬੜੇ ਲੰਮੇ ਸਮੇਂ ਤੋਂ ਸਰਦਾਰ ਢੀਂਡਸਾ ਸਾਹਿਬ ਗੈਰ ਕਾਨੂੰਨੀ ਤੌਰ ਤੇ ਕਾਬਜ਼ ਨੇ। ਜਿਹੜਾ ਉੱਥੋਂ ਦਾ ਟਰਸਟ ਹੈ, ਉਹ ਟਰਸਟ ਵੀ ਉਹਨਾਂ ਦਾ ਜੇਕਰ ਕੋਰਟ ਦੇ ਵਿੱਚ ਜਾ ਕੇ ਉਹਨੂੰ ਸਹੀ ਤਰੀਕੇ ਦੇ ਨਾਲ ਛਾਣਬੀਣ ਕੀਤੀ ਜਾਵੇ ਤਾਂ ਉਹ ਗੈਰ ਕਾਨੂੰਨੀ ਹੈ। ਇਸ ਕਰਕੇ ਮਤਲਬ ਢੀਂਡਸਾ ਸਾਹਿਬ ਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਉਣੀ ਹੈ। ਮੈਂ ਬਾਦਲ ਦਲ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਇਹ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਮੇਰਾ ਮੋਰਚਾ 2006-2009 ਦੇ ਉੱਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੈਂ ਐਪਲੀਕੇਸ਼ਨ ਦਿੱਤੀ ਸੀ। ਉਸ ਐਪਲੀਕੇਸ਼ਨ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਆਦੇਸ਼ ਜਾਰੀ ਹੋਇਆ। ਉਸ ਆਦੇਸ਼ ਦੇ ਵਿੱਚ ਦੀ ਕਾਪੀ ਵੀ ਮੈਂ ਇਸ ਗੱਲ ਦੇ ਲਈ ਤੁਹਾਨੂੰ ਦਿਖਾ ਦਿੰਦਾ। ਉਹਦੇ ਵਿੱਚ ਅਮੈਂਡਮੈਂਟਸ ਦੀਆਂ ਗੱਲਾਂ ਹੋਈਆਂ, ਤਬਦੀਲੀਆਂ ਦੀਆਂ ਗੱਲਾਂ ਹੋਈਆਂ, 6 ਤਬਦੀਲੀਆਂ ਦੀ ਗੱਲ ਕੀਤੀ ਗਈ। ਪੰਜਾਬ ਦੀ ਹਿੱਕ ਦੇ ਉੱਤੇ ਜਿੱਥੇ ਸਿੱਖਾਂ ਦੀ ਵੱਡੀ ਗਿਣਤੀ ਦੇ ਵਿੱਚ ਗਿਣਤੀ 200 ਰਹਿੰਦੀ ਹੈ, ਉਸ ਦੀ ਹਿੱਕ ਦੇ ਉੱਤੇ ਜੇ ਦਰਬਾਰ ਸਾਹਿਬ ਦਾ ਕੋਈ ਕਾਪੀ ਕਰਦਾ, ਮਾਡਲ ਬਣਾ ਦਿੰਦਾ, ਮਾਡਲ ਨੂੰ ਨੇਪਰੇ ਚਾੜਨ ਦੀ ਪੂਰਨ ਹੋ ਜਾਂਦਾ, ਕਾਮਯਾਬ ਹੋ ਜਾਂਦਾ, ਸਿਰਫ ਸੋਨਾ ਲੱਗਣਾ ਬਾਕੀ ਹੈ, ਤਾਂ ਢੀਂਡਸਾ ਸਾਹਿਬ ਉਸ ਸਥਾਨ ਦੇ ਉੱਤੇ ਮੁੱਖ ਪ੍ਰਬੰਧਕ ਨੇ। ਮੁੱਖ ਪ੍ਰਬੰਧਕ ਹੋਣ ਦੇ ਨਾਤੇ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ 400 ਏਕੜ ਦੀ ਜਿਹੜੀ ਉਸ ਪ੍ਰਾਪਰਟੀ ਹੈ, ਉਸ ਪ੍ਰਾਪਰਟੀ ਦੇ ਵਿੱਚ ਕੌਣ ਕੀ ਕਰ ਰਿਹਾ ਹੈ। ਫਗਵਾੜਾ ਸਾਹਿਬ ਤੁਹਾਨੂੰ ਕੀ ਲੱਗਦਾ? ਕਿਉਂਕਿ ਜਦੋਂ ਕੋਈ ਵੀ ਇਮਾਰਤ ਬਣਦੀ ਹੈ, ਉਹ ਇੱਕ ਇੱਟ ਜਦੋਂ ਲੱਗਦੀ ਹੈ, ਉਹ ਇੱਟ ਕਰਦਿਆਂ ਕਾਫੀ ਸਮਾਂ ਲੱਗ ਜਾਂਦਾ ਨਾ ਉਹਨੂੰ ਖੜਾ ਕਰਨ ਦੇ ਵਿੱਚ। ਜਦੋਂ ਉਹ ਬਣਨ ਲੱਗੀ ਸੀ ਤੁਸੀਂ ਉਦੋਂ ਕਿਉਂ ਨਹੀਂ ਮੋਰਚਾ ਵਿੱਢਿਆ? ਨਹੀਂ, ਮੇਰਾ ਜੀਵਨ ਬਹੁਤ ਛੋਟਾ ਹੈ ਇਸ ਮਾਮਲੇ ਤੇ। ਇਹ ਤਾਂ ਬਹੁਤ ਲੰਮੇ ਸਮੇਂ ਤੋਂ ਪੁਰਾਣੀ ਇਹਦੀ ਹਿਸਟਰੀ ਆ, ਬਣਦੀ ਆ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿਹਦੇ ਇਸ਼ਾਰੇ ਤੇ ਇਹ ਦਿੱਲੀ ਤੋਂ ਨਾਗਪੁਰ ਦਾ ਪ੍ਰੋਗਰਾਮ ਹੈ। ਇਹ ਦਿੱਲੀ ਤੋਂ ਨਹੀਂ, ਸੌਰੀ, ਨਾਗਪੁਰ ਤੋਂ ਪ੍ਰੋਗਰਾਮ ਹੈ, RSS ਦਾ ਪ੍ਰੋਗਰਾਮ ਹੈ, ਜਿਹਨੂੰ ਢੀਂਡਸਾ ਸਾਹਿਬ ਤੇ ਸਮੇਂ-ਸਮੇਂ ਤੇ ਜਿਹੜੇ ਸਾਡੇ ਸਿੱਖ ਬੈਠੇ ਜਿਹੜੇ ਗਦਾਰੀ ਕਰਨ ਵਾਲੇ ਨੇ ਪੰਥ ਦੇ ਨਾਲ, ਪੰਥ ਦੇ ਹਿੱਤਾਂ ਦੇ ਨਾਲ, ਉਹਨਾਂ ਨੇ ਇਸ ਨੂੰ ਨੇਪਰੇ ਚਾੜਿਆ। ਕਿਹੜੇ ਗਦਾਰੀ ਕਰ ਰਹੇ? ਢੀਂਡਸਾ ਸਾਹਿਬ ਨੂੰ ਤਾਂ ਤੁਸੀਂ ਲੈ ਹੀ ਲਿਆ। ਢੀਂਡਸਾ ਸਾਹਿਬ ਤਾਂ ਜੀ ਬਾਅਦ ਦੇ ਵਿੱਚ ਆਏ ਨੇ, ਲੇਕਿਨ ਇਹਨਾਂ ਦੀ ਵੱਡੀ ਇਹਦੇ ਵਿੱਚ ਇਹ ਕਹਿ ਲਈਏ ਵੀ ਆਪਦੇ ਕਮਜ਼ੋਰ ਇਹਨਾਂ ਦਾ ਸਿਸਟਮ ਹੈ ਜਾਂ ਕਿਸੇ ਨਾਲ ਪੱਖ ਪੂਰ ਰਹੇ ਨੇ। ਲੇਕਿਨ ਉਦੋਂ ਪਹਿਲਾਂ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਵਰਗਿਆਂ ਤੋਂ ਇਹ ਨੀਂਹ ਪੱਥਰ ਰਖਾਉਣ ਦੇ ਵਿੱਚ RSS ਕਾਮਯਾਬ ਹੋਈ ਹੈ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਧੁਰ ਹੈ। ਕੇਂਦਰੀ ਧੁਰ ਨਾਲੋਂ ਤੋੜਨ ਦੇ ਲਈ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਅੱਜ ਜੇ ਸਾਡੇ ਇਸ ਕੁਹਾੜੇ ਦੇ ਵਿੱਚ ਦਸਤਾ ਬਣਿਆ ਹੋਇਆ ਤਾਂ ਸੁਖਦੇਵ ਸਿੰਘ ਢੀਂਡਸਾ ਬਣੇ ਹੋਏ ਨੇ।
ਤੇ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚ ਕੋਈ ਅਕਾਲੀ ਦਲ ਦਾ ਵੀ ਰੋਲ ਹੈ, ਕਿਉਂਕਿ ਇੰਨੇ ਲੰਮਾ ਸਮਾਂ ਉਹਨਾਂ ਦੀ ਵੀ ਸਰਕਾਰ ਰਹੀ, ਉਦੋਂ ਨਹੀਂ ਤੁਸੀਂ ਬਾਤ ਚੱਕੀ, 2009 ਚ ਵੀ ਤਾਂ ਉਹਨਾਂ ਦੀ ਸਰਕਾਰ ਮੈਂ 2009 ਦੇ ਵਿੱਚ ਘੱਟੋ ਘੱਟ 10 ਵਾਰੀ ਪ੍ਰੋਟੈਸਟ ਕਰ ਚੁੱਕਿਆ। 10 ਵਾਰੀ ਪ੍ਰੋਟੈਸਟ ਟੈਂਕੀਆਂ ਤੇ ਚੜ੍ਹ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਭੁੱਖ ਹੜਤਾਲ ਰੱਖ ਕੇ। ਗੋਬਿੰਦ ਸਿੰਘ ਲੌਂਗੋਵਾਲ ਜੀ ਦਾ ਮੈਨੂੰ ਫੋਨ ਆਇਆ ਵੀ ਇਹ ਮਸਲੇ ਬਹਿ ਕੇ ਕਰਨ ਵਾਲੇ ਨੇ, ਲੇਕਿਨ ਉਹਨੂੰ ਵੀ ਸਮਾਂ ਬੀਤੇ 2 ਸਾਲ ਹੋ ਗਏ। ਤੇ ਉਸ ਤੋਂ ਬਾਅਦ ਮੈਂ ਐਤਕੀ ਦੀ ਚੋਣ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੁੰਦੀ ਹੈ ਇਹਨਾਂ ਦੀ ਸਾਲਾਨਾ, ਇਸ ਚੋਣ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੇ ਚੋਣ ਦੇ ਵਿੱਚ ਜਾ ਕੇ ਮੈਂ ਅੱਗੇ ਗੇਟ ਦੇ ਅੱਗੇ ਆਪਣੇ ਸਾਥੀਆਂ ਨੂੰ ਲੈ ਕੇ 11 ਸਿੰਘਾਂ ਨੂੰ ਲੈ ਕੇ ਅਸੀਂ ਉੱਥੇ ਧਰਨਾ ਦਿੱਤਾ। ਉਸ ਧਰਨੇ ਦੀਆਂ ਸਾਰੀਆਂ YouTube ਦੇ ਉੱਤੇ ਸਾਰੇ ਚੈਨਲਾਂ ਦੇ ਉੱਤੇ ਰਿਕਾਰਡ ਹੈ। ਬਿਲਕੁਲ, ਪਰ ਫੱਗੂਵਾਲਾ ਸਾਹਿਬ ਇਹ ਤਾਂ ਨਹੀਂ ਕਿਤੇ ਕਿਤੇ ਤੁਸੀਂ ਕੋਈ ਸਿਆਸੀ ਕੋਈ ਤੁਹਾਨੂੰ ਥਾਪੜਾ ਹੋਵੇ ਪਿੱਛੋਂ? ਸੁਖਦੇਵ ਸਿੰਘ ਢੀਂਡਸਾ ਲਗਾਤਾਰ ਇਲਜ਼ਾਮ ਲਾਉਂਦੇ ਨੇ ਕਿ ਸਿਆਸੀ ਥਾਪੜਾ ਜਿਹੜਾ ਉਹ ਤੁਹਾਡੇ ਮਗਰ ਹੈ। ਨਹੀਂ ਮੇਰੇ ਤੇ ਤੁਸੀਂ ਕਹਿੰਦੇ ਹੋ ਮਾੜਾ ਮੋਟਾ ਕਿਤਨਾ ਕਿਤੋਂ ਲੈ ਲੂ ਕੇ ਮੁੜ ਕੇ ਤੁਸੀਂ ਆ ਕੇ ਧਰਨਾ ਦੇ ਦਿੰਦੇ ਹੋ। ਨਹੀਂ ਮੇਰੇ ਤੇ ਤਾਂ ਹੈਗਾ, ਮੰਨ ਲੈਣਾ, ਮੈਂ ਢੀਂਡਸਾ ਸਾਹਿਬ ਦੀ ਗੱਲ ਕਰ ਲੈਣਾ। ਇੱਕ ਛੋਟੇ ਕਿਸਾਨ ਦਾ, ਛੋਟੇ ਜ਼ਿਮੀਂਦਾਰ ਦਾ ਪੁੱਤਰ ਹੈ ਢੀਂਡਸਾ, ਛੋਟੇ ਕਿਸਾਨੀ ਉਬਾਵਾਲ ਦੀ ਛੋਟੀ ਕਿਸਾਨੀ ਚੋਂ ਨਿਕਲਿਆ, ਲੇਕਿਨ ਸਭ ਤੋਂ ਵੱਡਾ ਬਲੈਕਮੇਲਰ ਤਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ, ਜਿਨ੍ਹਾਂ ਨੇ ਬਲੈਕਮੇਲ ਕਰਕੇ ਹੁਣ ਤੱਕ ਅਕਾਲੀ ਦਲ ਬਾਦਲ ਨੂੰ ਬਲੈਕਮੇਲ ਕੀਤਾ। ਅਸੀਂ ਇੱਥੇ ਸੁਖਦੇਵ ਸਿੰਘ ਢੀਂਡਸਾ ਸਾਡੇ ਨਾਲ ਜੁੜ ਗਏ ਨੇ, ਉਹਨਾਂ ਤੇ ਇਲਜ਼ਾਮ ਤਾਂ ਬਹੁਤ ਲਾ ਰਹੇ ਨੇ, ਇਹਨਾਂ ਦਾ ਵੀ ਪੱਖ ਲਵਾਂਗੇ। ਸੁਖਦੇਵ ਸਿੰਘ ਢੀਂਡਸਾ ਨੂੰ ਸੁਣ ਲੈਂਦੇ ਆ ਕਿ ਉਹ ਕੀ ਕਹਿੰਦੇ ਨੇ। ਢੀਂਡਸਾ ਸਾਹਿਬ, ਸੁਖਵਿੰਦਰ ਸਿੰਘ ਬੋਲ ਰਹੇ ਹਾਂ ਜੀ, D5 ਚੈਨਲ ਪੰਜਾਬੀ ਤੋਂ। ਹਾਂਜੀ ਸੁਖਵਿੰਦਰ ਜੀ ਢੀਂਡਸਾ ਸਾਹਿਬ, ਅਸੀਂ ਤੁਹਾਡਾ ਗੱਲਬਾਤ ਇਹ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਪੁਰਸ਼ੋਤਮ ਸਿੰਘ ਫੱਗੂਵਾਲਾ ਜੀ ਮੌਜੂਦ ਨੇ। ਮਸਤੂਆਣਾ ਸਾਹਿਬ ਟਰਸਟ ਨੂੰ ਲੈ ਕੇ ਤੁਹਾਡੇ ਤੇ ਸਵਾਲ ਖੜੇ ਹੁੰਦੇ ਨੇ, ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਕੀ ਸਵਾਲ ਕੀ ਖੜੇ ਹੁੰਦੇ ਨੇ ਦੱਸੋ। ਫੱਗੂਵਾਲਾ ਸਾਹਿਬ ਇਹ ਕਹਿੰਦੇ ਨੇ ਕਿ ਤੁਸੀਂ ਟਰਸਟ ਨੂੰ ਜਿਹੜਾ ਉਹ ਛੱਡਣ ਲਈ ਤਿਆਰ ਨਹੀਂ, ਪਿਛਲੇ 40 ਸਾਲ ਤੋਂ ਤੁਹਾਡਾ ਕਬਜ਼ਾ ਹੈ ਇਸ ਟਰਸਟ ਤੇ। ਮੈਂ ਤਾਂ ਟਰਸਟ ਤਾਂ ਚੁਣਿਆ ਹੋਇਆ ਟਰਸਟ ਆ, ਮੈਂ ਕੋਈ ਆਪਣੇ ਆਪ ਥੋੜਾ ਬਣਿਆ ਜੀ। ਇਲੈਕਸ਼ਨ ਹੋਈ ਹੈ ਤੇ ਮੈਂ ਉਹਦਾ ਪ੍ਰਧਾਨ ਆ। ਕੋਈ ਮੈਨੂੰ ਬਦਲਣਾ ਚਾਹੁੰਗੇ ਤਾਂ ਬਦਲ ਦੇਣ ਜੀ ਮੈਂਬਰ। ਕੋਈ ਮੈਂ ਆਪਣੇ ਆਪ ਥੋੜਾ ਬਣਿਆ ਜੀ। ਹਾਂਜੀ, ਤੇ ਉਹ ਇਹ ਗੱਲ ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਮਾਡਲ ਹਰਮੰਦਰ ਸਾਹਿਬ ਦਾ ਬਣਾਇਆ ਹੋਇਆ ਉਹਨੂੰ ਵੀ ਚੇਂਜ ਨਹੀਂ ਕੀਤਾ ਜਾ ਰਿਹਾ, ਨਾ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਜਾ ਰਿਹਾ ਉੱਥੇ। ਇਹ ਕਿ ਸਮਝ ਲਓ ਉਹਦੇ ਨਾਲ ਕੋਈ ਟਰਸਟ ਦਾ ਸੰਬੰਧ ਨਹੀਂ ਹੈ। ਉਹ ਵਿੰਗਮਾਂ ਕੋਲੇ ਗੁਰਦੁਆਰਾ ਹੈ, ਵਿੰਗਮਾਂ ਦੇ ਹੀ ਉਹ ਕੰਟਰੋਲ ਆ ਉੱਥੇ। ਸਾਡਾ ਕਿਸੇ ਕਿਸਮ ਦਾ ਕੰਟਰੋਲ 1% ਤੱਕ ਕੋਈ ਸਾਬਤ ਕਰ ਦੇ ਜੋ ਮਰਜ਼ੀ ਮੇਰੇ ਨਾਲ ਕਰ ਦੇ। ਪਰ ਟਰਸਟ ਤਾਂ ਢੀਂਡਸਾ ਸਾਹਿਬ ਤੁਹਾਡੇ ਅੰਡਰ ਹੈ ਨਾ, ਦੇਖੋ ਉਹ ਇਮਾਰਤ ਤੁਹਾਡੇ ਅੰਡਰ ਨਹੀਂ ਆਉਂਦੀ, ਟਰਸਟ ਦੇ ਅੰਡਰ। ਨਹੀਂ ਉਹ ਨਹੀਂ ਆਉਂਦੀ ਜੀ। ਤੇ ਫਿਰ ਉਹਦੇ ਉੱਤੇ ਕਾਰਵਾਈ ਕੌਣ ਕਰੇਗਾ? ਢੀਂਡਸਾ ਸਾਹਿਬ ਕਿਉਂ? ਢੀਂਡਸਾ ਸਾਹਿਬ ਪੁਰਸ਼ੋਤਮ ਬੋਲਦਾ ਜੀ ਫੱਗੂਵਾਲ, ਉਹ ਸਾਰੇ ਕੰਪਲੈਕਸ ਦਾ ਪ੍ਰਬੰਧ ਤੁਹਾਡੇ ਕੋਲ ਹੈ ਜੀ। ਤੁਸੀਂ ਬਕਾਇਦਾ ਤੌਰ ਤੇ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਕੋਰਟ ਦੇ ਵਿੱਚ ਮੈਟਰ ਹੈ ਵਿਚਾਰ ਅਧੀਨ ਹੈ, ਉਹ ਤੁਸੀਂ ਉਹਦੀ ਅਗਵਾਈ ਕਰ ਰਹੇ ਹੋ। ਕਿੰਨੀ ਵਾਰੀ ਜੇਲ੍ਹਾਂ ਚ ਆਇਆ ਹੈ। ਨਹੀਂ, ਤੁਸੀਂ ਉਹਦੀ ਅਗਵਾਈ ਕਰ ਰਹੇ ਹੋ। ਤੁਸੀਂ ਸ਼੍ਰੋਮਣੀ ਅਗਰ ਮੇਰਾ ਕੋਈ ਸਾਬਤ ਕਰ ਦੇ ਕਿ ਮੇਰਾ ਕੋਈ ਕੰਟਰੋਲ ਹੈ ਜਾਂ ਟਰਸਟ ਦਾ ਕੋਈ ਕੰਟਰੋਲ ਹੈ ਉੱਤੇ ਕਿਹਦੇ? ਨਹੀਂ ਉਹ ਤਾਂ ਜੀ ਜਿਹੜਾ ਅਦਾਲਤ ਦੇ ਵਿੱਚ ਤੁਸੀਂ ਹਲਫੀਆ ਬਿਆਨ ਦਿੱਤਾ ਹੋਇਆ, ਤੁਸੀਂ ਐਪਲੀਕੇਸ਼ਨ ਲਾਈ ਹੈ, ਉਹੀ ਸਾਬਤ ਕਰਦੀ ਹੈ ਵੀ ਤੁਹਾਡਾ ਸਾਰਾ ਪ੍ਰਬੰਧ ਹੈ ਉੱਥੇ। ਮੇਰਾ ਕੋਈ ਅਗਰ ਐਪਲੀਕੇਸ਼ਨ ਲੱਗੀ ਅਗਸਤ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਨਾ ਜੀ, ਅਗਸਤ ਦੇ ਵਿੱਚ ਉਹਦੀ ਪੈਂਡਿੰਗ ਹੈ ਡੇਟ। ਸੋ ਮੇਰਾ ਟਰਸਟ ਦਾ ਨਾਲ ਕੋਈ ਸੰਬੰਧ ਨਹੀਂ। ਮੈਂ ਦੱਸ ਕੋਈ ਮੈਂ ਲਿਖ ਕੇ ਦਿੱਤਾ ਹੋਵੇ ਕਿ ਮੇਰੀ ਕੋਈ ਅਰਜ਼ੀ ਹੋਵੇ। ਅੱਛਾ, ਜਿਹੜਾ ਦਰਬਾਰ ਸਾਹਿਬ ਦਾ ਮਾਡਲ ਹੈ, ਦਰਬਾਰ ਸਾਹਿਬ ਬਾਰੇ ਹੁਕਮਨਾਮਾ ਹੈ, ਉਹਦੇ ਬਾਰੇ ਤੁਹਾਡਾ ਕੋਈ ਦਖਲਅੰਦਾਜ਼ੀ ਨਹੀਂ? ਮੇਰੀ ਕੋਈ ਦਖਲਅੰਦਾਜ਼ੀ। ਅੱਛਾ ਮੈਂ ਉਹਨਾਂ ਨੂੰ ਕਿਹਾ SGPC ਨੂੰ ਵੀ ਢਾਹੋ, ਇਹਨੂੰ ਕਿਉਂ ਨਹੀਂ ਢਾਉਂਦੇ? ਅੱਛਾ ਢਾਹਣ ਦੇ ਲਈ ਸ਼੍ਰੋਮਣੀ ਕਮੇਟੀ ਨਹੀਂ ਢਾਉਂਦੀ। ਸ਼੍ਰੋਮਣੀ ਕਮੇਟੀ ਨੂੰ 3 ਮੈਂਬਰਾਂ ਦੀ ਕਮੇਟੀ ਬਣਾਈ ਹੋਈ ਉਹਦੇ ਵਾਸਤੇ। ਅੱਛਾ ਜੀ, ਉਹ ਜਾ ਕੇ ਆਈ ਹੈ। ਮੈਂ ਉਹਨੂੰ ਕਿਹਾ ਵੀ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ, ਸਾਡਾ ਨਾ ਟਰਸਟ ਦਾ ਨਾ ਕੌਂਸਲ ਦਾ, ਉਹ ਬਿਲਕੁਲ ਵੱਖਰਾ ਇੰਤਜ਼ਾਮ ਹੈ ਉਹਦਾ। ਅੱਛਾ, ਮਤਲਬ ਤੁਸੀਂ ਸਾਰਾ ਛੱਡਣ ਦੇ ਲਈ ਅਕਾਲ ਕਾਲਜ ਕੌਂਸਲ ਤੇ ਜਿਹੜਾ ਗੁਰਦੁਆਰਾ ਮਸਤੂਆਣਾ ਸੰਤ ਆਤਰ ਸਿੰਘ ਟਰਸਟ ਹੈ, ਦੋਨਾਂ ਦੇ ਚੇਅਰਮੈਨ ਤਾਂ ਤੁਸੀਂ ਹੀ ਹੋ ਨਾ? ਉਹ ਯਾਰ ਟਰਸਟ ਦਾ ਮੈਂ ਹੈਗਾ, ਉਹਦਾ ਉਹ ਗੁਰਦੁਆਰੇ ਨਾਲ ਕੀ ਸੰਬੰਧ ਹੈ? ਅੱਛਾ, ਉਸ ਗੁਰਦੁਆਰਾ ਸਾਹਿਬ ਨਾਲ ਪ੍ਰਾਪਰਟੀ ਅਕਾਲ ਸੰਤ ਆਤਰ ਸਿੰਘ ਟਰਸਟ ਦੀ ਹੈ ਤੇ ਗੁਰਦੁਆਰੇ ਉਹਦੇ ਨਾਲ ਕੋਈ ਸੰਬੰਧ ਨਹੀਂ? ਨਹੀਂ ਸਾਡੀ ਕੋਈ ਟਰਸਟ ਦੀ ਪ੍ਰਾਪਰਟੀ ਨਹੀਂ ਹੈ। ਉਹ ਵਿੰਗਮਾਂ ਦੀ ਪ੍ਰਾਪਰਟੀ, ਉਹ ਗੁਰਦੁਆਰਾ ਜਿਹੜਾ ਵਿੰਗਮਾਂ ਦਾ ਹੈ ਉਹਨਾਂ ਦੀ ਪ੍ਰਾਪਰਟੀ। ਨਹੀਂ, ਬਹਿੰਗਮ ਕਿੱਥੋਂ? ਸ਼ੀਆ ਸੁੰਨੀ ਮੁਸਲਮਾਨਾਂ 'ਚ ਤਾਂ ਹੁੰਦੇ ਸੀਗੇ ਭਰਾਵਾਂ ਦੇ ਵਿੱਚ, ਇਹ ਬਹਿੰਗਮ ਸਿੱਖ ਕਿੱਥੋਂ ਆ ਗਏ ਜੀ? ਇਹ ਮਸਤੂਆਣਾ ਸਾਹਿਬ ਦੇ ਨਹੀਂ, ਬਹਿੰਗਮ ਸਿੱਖ ਦੀ ਤਾਂ ਕੋਈ ਡੈਫੀਨੇਸ਼ਨ ਹੀ ਨਹੀਂ ਹੈਗੀ ਜੀ ਕਿਤੇ। ਸਿੱਖ ਪੰਥ ਦੀ ਰਹਿਤ ਮਰਿਆਦਾ ਦੇ ਵਿੱਚ ਉਹਨਾਂ ਨੂੰ ਪੁੱਛੋ ਜਿਹੜੇ ਬਣੇ ਹੋਏ ਨੇ।
ਸਿੱਖ ਰਹਿਤ ਮਰਿਆਦਾ ਦੇ ਵਿੱਚ ਗ੍ਰਸਤੀ ਜੀਵ ਹੁੰਦਾ ਹੈ। ਬਹਿੰਗਮ ਤਾਂ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਵਿਆਹ ਨਹੀਂ ਕਰਾਉਂਦੇ, ਜਾਂ RSS ਵਾਲੇ ਵਿਆਹ ਨਹੀਂ ਕਰਾਉਂਦੇ, ਤੇ ਜਾਂ ਫਿਰ ਬਹਿੰਗਮ ਨਹੀਂ ਵਿਆਹ ਕਰਾਉਂਦੇ। ਉਹਨਾਂ ਦਾ ਨਹੀਂ ਕਰਾਉਂਦੇ ਹੁਣੇ, ਮੈਨੂੰ ਕੀ ਪਤਾ। ਅੱਛਾ ਸਵਾਦੀ ਨਹੀਂ ਉਹਦੇ ਨਾਲ ਕੋਈ। ਅੱਛਾ, ਆਪਣਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਜੀ ਢੀਂਡਸਾ ਸਾਹਿਬ ਠੀਕ ਹੈ, ਅਸੀਂ ਬਹਿੰਗਮ ਵਾਲੇ ਮਸਲੇ ਤੇ ਨਹੀਂ ਜਾਂਦੇ, ਉਹ ਇਹਨਾਂ ਦਾ ਨਿੱਜੀ ਵਿਚਾਰ ਹੈ। ਪਰ ਸਿਰਫ ਇਹ ਦੱਸੋ ਕਿ ਜੇ ਸ਼੍ਰੋਮਣੀ ਕਮੇਟੀ ਕੱਲ ਨੂੰ ਆ ਕੇ ਇਹਨੂੰ ਢਾਉਣਾ ਚਾਹਵੇ ਤੇ ਕੀ ਉਹ ਢਾ ਸਕਦੀ ਹੈ? ਵੈਲਕਮ ਜੀ, ਵੈਲਕਮ। ਠੀਕ ਹੈ, ਤੇ ਇਸ ਟਰਸਟ ਦੀ ਚੋਣ ਕਦੋਂ ਹੁੰਦੀ ਹੈ ਤੇ ਕਦੋਂ ਹੋਣੀ ਹੈ ਅਗਲੀ? ਨਹੀਂ, ਟਰਸਟ ਦੀ ਕੋਈ ਚੋਣ ਨਹੀਂ, ਟਰਸਟ ਦਾ ਪਰਮਾਨੈਂਟ ਹੈ ਜੀ। ਟਰਸਟ ਦਾ ਇਹ ਸਾਡੇ ਮੈਂਬਰ ਜਿਹੜੇ ਬਣੇ ਨੇ ਪੱਕੇ ਮੈਂਬਰ ਹੁੰਦੇ ਨੇ। ਉਹ ਕੋਈ ਇਹ ਨਹੀਂ ਹੈ ਵੀ ਜਾਂ ਤਾਂ ਰਿਜ਼ਾਈਨ ਕਰੇ ਕੋਈ ਜਾਂ ਉਹ ਰਿਜ਼ਾਈਨ ਕਰੇ ਕੋਈ। ਜੀ, ਮਤਲਬ ਕਿ ਜੇਕਰ ਤੁਸੀਂ ਰਿਜ਼ਾਈਨ ਕਰਦੇ ਹੋ ਤਾਂ ਹੀ ਟਰਸਟ ਤੋਂ ਹਟ ਸਕਦੇ ਹੋ, ਅਦਰਵਾਈਜ਼ ਜੋ ਟਰਸਟ ਨੇ ਮੰਨ ਲਿਆ ਤਾਂ ਉਹੀ ਚੱਲ ਰਿਹਾ। ਹਾਂ, ਉਹੀ ਚੱਲਦੇ ਆ ਜੀ। ਉਹ ਤਾਂ ਪਹਿਲਾਂ ਬਹੁਤ ਪਹਿਲਾਂ ਬਣਿਆ ਹੋਇਆ, ਮੈਂ ਥੋੜਾ ਬਣਾਇਆ ਟਰਸਟ। ਇਹ ਵੀ ਗੱਲ ਕਹਿੰਦੇ ਪਰਿਵਾਰਵਾਦ ਬੜਾ ਭਾਰੂ ਹੈ ਤੁਹਾਡਾ ਉੱਥੇ, ਪਰਿਵਾਰ ਦੇ ਆਪ ਤੁਹਾਡੇ ਮੈਂਬਰ ਵੀ ਉੱਥੇ ਨੇ। ਮੇਰਾ ਪ੍ਰਬੰਧਰ ਉਹ ਤੇ ਟਰਸਟ ਹੀ ਹੈਗਾ ਬਸ। ਹੋਰ ਪਰਿਵਾਰ ਕਿਹੜਾ ਹੋਰ ਮੇਰਾ? ਹੋ ਸਕਦਾ ਹੈ ਕਿ ਤੁਸੀਂ ਕੱਲ ਨੂੰ ਪਰਮਿੰਦਰ ਢੀਂਡਸਾ ਨੂੰ ਵੀ ਦੇ ਸਕਦੇ ਹੋ ਪ੍ਰਧਾਨਗੀ। ਮੈਂ ਨਹੀਂ ਦੇ ਸਕਦਾ। ਉਹ ਮੈਂਬਰ ਚੁਣਨਾ ਜਿਹਨੇ ਚੁਣਨਾ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂ, ਮੈਂ ਚਾਹੁੰਦਾ ਕਿ ਮੈਨੂੰ ਇਹ ਬੱਗੂ ਵਾਲੇ ਦੱਸਦੇ ਕਿ ਇਹ ਬਲੈਕਮੇਲਰ ਜਿਹੜਾ ਹੈਗਾ ਕਿੰਨੀ ਵਾਰੀ ਜੇਲ੍ਹ ਚ ਆਇਆ। ਬੱਗੂ ਵਾਲਾ ਸਾਹਿਬ ਇਹਦਾ ਜਵਾਬ ਦੇ ਦਿੰਦੇ ਨੇ। ਮੈਂ ਨਹੀਂ ਬੜੀ ਲੰਮੀਆਂ ਜੇਲ੍ਹਾਂ ਕੱਟੀਆਂ ਨੇ ਅਕਾਲੀ ਦਲ ਦੇ ਲਈ। ਜਦੋਂ ਪ੍ਰਕਾਸ਼ ਸਿੰਘ ਬਾਦਲ ਤੁਹਾਡੀ ਅਗਵਾਈ ਦੇ ਵਿੱਚ ਬਰਨਾਲਾ ਸਾਹਿਬ ਤੋਂ ਦੇ ਬਰਾਬਰ ਮੁਕਾਬਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ, ਟੌੜਾ ਸਾਹਿਬ ਨਾਲ ਤੁਹਾਡੇ ਨਾਲ ਖੜੇ। ਅਕਾਲੀ ਦਲ ਦੀ ਨਹੀਂ ਤੂੰ ਕਹਿੰਦਾ, ਮੈਂ ਕਹਿੰਦਾ ਬਲੈਕਮੇਲਿੰਗ ਚ। ਬਲੈਕਮੇਲਿੰਗ ਦੇ ਦਿਓ ਜੀ, ਤੁਸੀਂ ਸਾਬਤ ਕਰ ਦਿਓ ਸੰਗਤ ਦੇ ਵਿੱਚ ਮੈਂ ਬਲੈਕਮੇਲਰ ਹਾਂ। ਜੇ ਸੰਤ ਆਤਰ ਸਿੰਘ ਦੇ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ ਤੁਸੀਂ ਮੇਰੇ ਤੇ ਬਲੈਕਮੇਲਰ ਦਾ ਇਲਜ਼ਾਮ ਲਾਉਂਦੇ ਹੋ ਤਾਂ ਮੁਬਾਰਕਾਂ ਤੁਹਾਨੂੰ। ਨਾ ਤੂੰ ਕਿੰਨੀ ਵਾਰੀ ਲੋਕਾਂ ਦੇ ਠੱਗੀਆਂ ਨਾਲ ਜੇਲ੍ਹ ਚ ਗਿਆ? ਬਹੁਤ ਵਾਰੀ ਗਿਆ ਜੀ। ਤੁਸੀਂ ਸਾਬਤ ਕਰ ਦਿਓ, ਇਹ ਮਾਮਲੇ ਦੇ ਵਿੱਚ ਸਾਬਤ ਕਰ ਦਿਓ, ਸਾਰਾ ਕੁਝ ਪਤਾ ਲੱਗ ਜਾਣਾ। ਉਹ ਤੁਹਾਡੇ ਚੇਲੇ ਨੇ ਦੇ ਤੁਹਾਡੇ ਕਿਸੇ ਕੌਲੀ ਚੱਟ ਬੰਦੇ ਨੇ ਮੇਰੇ ਤੇ ਇੱਕ ਪਰਚਾ ਦਰਜ ਕਰਵਾਤਾ ਮੇਰੀ ਜ਼ਿੰਦਗੀ ਦੇ ਵਿੱਚ। ਉਹ ਤੁਹਾਡੇ ਪ੍ਰੈਸ਼ਰ ਕਰਕੇ ਉਹਦੇ ਨਾਲ ਮੇਰਾ ਕੋਈ ਇਲਜ਼ਾਮ ਨਹੀਂ ਬਣਦਾ। ਮੇਰੇ ਤੇ ਇਲਜ਼ਾਮ ਤਾਂ ਤੁਹਾਡੇ ਦਾ, ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਦੀ ਬਰਾਬਰਤਾ ਕਰ ਰਹੇ ਹੋ। ਤੁਸੀਂ ਸੰਤ ਬਾਬਾ ਆਤਰ ਸਿੰਘ ਜੀ ਦੇ ਅਸਥਾਨ ਨੂੰ ਬਹੁਤ ਵੱਡੀ ਢਾਹ ਲਾਈ ਹੈ। ਤੇਰੇ ਵਰਗੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਤੇ ਮੈਨੂੰ ਤੁਹਾਡੇ ਵਰਗਿਆਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਹੈਗਾ ਵੀ ਮੈਂ ਬਲੈਕਮੇਲਰ ਹਾਂ। ਜੇ ਗੁਰੂ ਰਾਮਦਾਸ ਦੇ ਬਰਾਬਰ 15,000 ਰੁਪਏ ਲੋਕਾਂ ਤੋਂ ਲੈ ਕੇ ਝੰਡਾ ਚੱਕ ਕੇ ਬਹਿ ਜਾਂਦਾ। ਨਹੀਂ, ਮੈਂ ਲੋਕਾਂ ਦੇ ਲਈ ਲੜਦਾ। ਜੇ ਲੋਕ ਮੈਨੂੰ ਕਹਿੰਦੇ ਨੇ 15-20 ਹਜ਼ਾਰ ਕਹਿਣਾ ਤੁਸੀਂ, ਤੁਹਾਡਾ ਤਾਂ ਐਡਾ ਵੱਡਾ ਕੱਦ ਹੈ, ਗੁਰੂ ਰਾਮਦਾਸ ਦੇ ਦਰਬਾਰ ਦੀ ਬਰਾਬਰਤਾ ਕਰ ਰਹੇ ਹੋ ਤੁਸੀਂ। ਤੇਰੇ ਵਰਗੇ ਤੇਰੇ ਦੇਖੇ ਮੈਨੂੰ ਦੁਨੀਆ ਜਾਣਦੀ ਹੈ। ਨਹੀਂ ਠੀਕ ਹੈ ਜੀ, ਠੀਕ ਆ। ਇਹ ਮੈਂ ਤੁਹਾਨੂੰ ਥ੍ਰੈਟ ਨਹੀਂ ਕਰਦਾ, ਤੁਸੀਂ ਮੈਨੂੰ ਥ੍ਰੈਟ ਕਰਦੇ ਹੋ, ਕੋਈ ਗੱਲ ਨਹੀਂ, ਵੱਡੇ ਹੋ ਮੇਥੋਂ। ਤੁਹਾਡਾ ਵੱਡਾ ਰਾਜਨੀਤਿਕ ਤਜਰਬਾ ਥ੍ਰੈਟ ਕਰਨ ਦਾ। ਮੈਂ ਤੁਹਾਨੂੰ ਥ੍ਰੈਟ ਨਹੀਂ ਕਰਦਾ ਕਿਉਂਕਿ ਵੱਡੇ ਹੋ। ਮੈਂ ਗੁਰੂ ਸਾਹਿਬ ਦਾ ਜਿੰਨਾ ਮੈਂ ਸਤਿਕਾਰ ਕਰਦਾ ਤੂੰ ਤਾਂ ਕਰਦਾ ਹੀ ਨਹੀਂ। ਮੈਂ ਤਾਂ ਚਲੋ ਹੋ ਸਕਦਾ ਜੀ ਤੁਸੀਂ ਜ਼ਿਆਦਾ ਸਤਿਕਾਰ ਕਰ, ਤਾਂ ਹੀ ਗੁਰੂ ਰਾਮਦਾਸ ਦੇ ਦਰਬਾਰ ਦੀ ਬਰਾਬਰਤਾ ਕਰ ਰਹੇ ਹੋ ਨਾ। ਤੂੰ ਗੁਰੂ ਰਾਮਦਾਸ ਦੀ ਬਰਾਬਰਤਾ ਤੇਰੇ ਵਰਗੇ ਕਰਦੇ ਹੋਣਗੇ, ਮੈਂ ਤਾਂ ਕੋਈ ਨਹੀਂ ਕਰਦਾ। ਮੈਂ ਤਾਂ ਕਾਹਦੇ 'ਚ ਕਰ ਲਈ, ਜੋ ਦੱਸ ਦਿਓ ਸੰਗਤ ਨੂੰ। ਲੋਕਾਂ ਦੀ ਕਚਹਿਰੀ 'ਚ ਜਾਵਾਂਗੇ, ਆਪਾਂ ਚੱਲਾਂਗੇ ਹੁਣ, ਇਦੋਂ ਬਾਅਦ ਦੇ ਵਿੱਚ ਤੁਰੇ ਰਹਾਂਗੇ। ਮੈਂ ਓਕੇ ਮੈਂ ਲੋਕਾਂ ਦੀ ਕਚਹਿਰੀ ਚੱਲਿਆ, ਮੈਂ ਤੁਹਾਨੂੰ ਕੱਟ ਕੀਤਾ ਸੀ ਉਦੋਂ ਤੂੰ ਕਹਿੰਦਾ ਨਹੀਂ। ਮੈਂ ਜਿੱਥੇ ਕਹੋਗੇ ਓਪਨ ਡਿਬੇਟ ਦੇ ਲਈ ਤਿਆਰ ਹਾਂ ਜੀ। ਵੱਡੇ ਹੋ ਤੁਸੀਂ, ਮੈਂ ਸਤਿਕਾਰ ਵੀ ਕਰਾਂਗਾ ਤੁਹਾਡਾ। ਤੇ ਲੈ ਓਪਨ ਡਿਬੇਟ ਜਿੱਥੇ ਮਰਜ਼ੀ ਰੱਖ ਲਿਓ ਢੀਂਡਸਾ ਸਾਹਿਬ, ਮੈਂ ਆਵਾਂਗਾ। ਐ ਕਰ ਹਾਂਜੀ, ਅਕਾਲ ਤਖਤ ਚੱਲ ਅਕਾਲ ਤਖਤ ਦੇ ਜਥੇਦਾਰ ਕੋਲ ਚੱਲ ਕਰ ਲੈ ਡਿਬੇਟ ਜਿਹੜੀ ਮਰਜ਼ੀ, ਜਦੋਂ ਮਰਜ਼ੀ ਜੀ। ਤੁਹਾਡੀ ਖੁਸ਼ੀ, ਜਿਸ ਦਿਨ ਤੁਸੀਂ ਚਾਹੋਗੇ ਆ ਜਾਵਾਂਗਾ। ਮੈਂ ਅੱਜ ਚੈਲੰਜ ਕਰਦਾ ਤੈਨੂੰ ਜੀ, ਜਿੱਦਾਂ ਮਰਜ਼ੀ ਉੱਥੇ ਜਾ ਕੇ ਮੇਰੇ ਨਾਲ ਕਰ ਲੈ। ਅਗਰ ਮੇਰਾ ਕੋਈ ਸਾਬਤ ਕਰ ਦੇ, ਉਹ ਗੁਰੂ ਘਰ ਨਾਲ ਇੱਕ ਨਵੇਂ ਪੈਸੇ ਦਾ ਨਹੀਂ, ਸਮੁੱਚੇ ਸੰਤ ਆਤਰ ਸਿੰਘ ਟਰੱਸਟ ਤੇ ਅਕਾਲ ਕਾਲਜ, ਸੰਤ ਆਤਰ ਸਿੰਘ ਟਰੱਸਟ ਤੇ ਹੋਵੇ ਉਹਦੇ ਨਾਲ ਸੰਤ ਆਤਰ ਸਿੰਘ ਟਰੱਸਟ ਤੇ ਅਕਾਲ ਕਾਲਜ ਕੌਂਸਲ ਦਾ ਤੁਸੀਂ ਚੇਅਰਮੈਨ ਹੋ, ਹੈਗੇ ਕਿ ਨਹੀਂ ਹੈਗੇ? ਪਰ ਗੱਲ ਤਾਂ ਇੱਕੋ ਹੀ ਮੁੱਕਦੀ ਹੈ। ਮੈਂ ਟਰੱਸਟ ਦਾ ਚੇਅਰਮੈਨ ਹਾਂ, ਕੌਂਸਲ ਦਾ ਨਹੀਂ ਚੇਅਰਮੈਨ ਮੈਂ। ਚਲੋ ਠੀਕ ਹੈ, ਫਿਰ ਤੁਸੀਂ ਤਖਤ ਦੀ ਗੱਲ ਚਲੇ ਗਏ, ਤਖਤ ਤੇ ਚੱਲਾਂਗੇ ਜੀ। ਫਿਰ ਗੁਰੂ ਰਾਮਦਾਸ ਦੇ ਦਰਬਾਰ 'ਚ ਹੀ ਚੱਲਾਂਗੇ। ਚੱਲ ਉਹਨੂੰ ਤਖਤ ਤੇ ਚੱਲਦੇ ਹਾਂ ਓਕੇ ਜੀ। ਢੀਂਡਸਾ ਸਾਹਿਬ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ ਜੀ। ਤੁਸੀਂ ਸੁਣਿਆ ਕਿ ਸੁਖਦੇਵ ਸਿੰਘ ਢੀਂਡਸਾ ਪੁਰਸ਼ੋਤਮ ਸਿੰਘ ਫੱਗੂਵਾਲਾ ਤੇ ਇਲਜ਼ਾਮ ਲਾ ਰਹੇ ਨੇ, ਕਹਿ ਰਹੇ ਨੇ ਕਿ ਜਦੋਂ ਮਰਜ਼ੀ ਸ਼੍ਰੋਮਣੀ ਕਮੇਟੀ ਚਾਹੇ ਤਾਂ ਇਸ ਜਿਹੜਾ ਦਰਬਾਰ ਉੱਥੇ ਬਣਿਆ ਮਸਤੂਆਣਾ ਸਾਹਿਬ ਦੇ ਵਿੱਚ ਮਾਡਲ ਹਰਮੰਦਰ ਸਾਹਿਬ ਦਾ, ਉਹਨੂੰ ਟੈਟੇਰੀ ਕਰ ਸਕਦੀ ਹੈ। ਪਰ ਤਬਦੀਲੀਆਂ ਦੀ ਗੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ, ਉਹ ਤਬਦੀਲੀਆਂ ਹੋਣੀਆਂ ਚਾਹੀਦੀਆਂ। ਟੈਟੇਰੀ ਕਿਸੇ ਇਮਾਰਤ ਨੂੰ ਇਦਾਂ ਧਾਰਮਿਕ ਤੌਰ ਤੇ ਬਣੀ ਨੂੰ ਟੈਟੇਰੀ ਨਹੀਂ ਕੀਤਾ ਜਾ ਸਕਦਾ।
ਤਬਦੀਲੀਆਂ ਕਰਨੀਆਂ ਜ਼ਰੂਰੀ ਨੇ। ਪਰ ਫੱਗੂਵਾਲਾ ਸਾਹਿਬ ਦੇਖੋ, ਢੀਂਡਸਾ ਸਾਹਿਬ ਨੂੰ ਤੁਸੀਂ ਸੁਣਿਆ, ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਜਿਹੜਾ ਬਲੈਕਮੇਲ ਕਰਦੇ ਹੋ। ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਨਹੀਂ, ਬਲੈਕਮੇਲ ਕਰਦੇ ਹੋ। ਮੈਂ ਤਾਂ ਇੱਕ ਛੋਟੇ ਕਿਸਾਨ ਦਾ ਪੁੱਤ ਹਾਂ। ਬਹੁਤ ਆਰਥਿਕ ਜਿਹੜੀਆਂ ਮੇਰੀਆਂ ਸੀਮਤ ਸਾਧਨ ਨੇ, ਤੇ ਲੇਕਿਨ ਬਲੈਕਮੇਲਿੰਗ ਦੇ ਮਾਮਲੇ ਜੇ ਕਿਤੇ ਗੱਲ ਚੱਲੀ ਹੈ ਤੇ ਮੈਨੂੰ ਬਦਨਾਮ ਕਰਨ ਦੀ, ਉਹ ਢੀਂਡਸਾ ਸਾਹਿਬ ਤੁਹਾਡੇ ਘਰ ਤੋਂ ਚੱਲੀ ਹੈ। ਨਹੀਂ, ਉਹ ਕਹਿ ਰਹੇ ਨੇ ਤੁਸੀਂ ਜੇਲ੍ਹਾਂ ਵੀ ਕੱਟੀਆਂ ਨੇ ਇਹੋ ਜਿਹੇ ਮਾਮਲਿਆਂ 'ਚ। ਕਿਸੇ ਇੱਕ ਵੀ ਮਾਮਲੇ ਦੇ ਵਿੱਚ ਹੁਣੀ ਪਿਛਲੇ ਦਿਨ ਹੀ ਇੱਕ ਮੇਰੇ ਤੇ ਮਾਮਲਾ ਦਰਜ ਹੋਇਆ, ਉਹ ਰਾਜਨੀਤਿਕ ਪ੍ਰੈਸ਼ਰ ਤੇ ਢੀਂਡਸਾ ਸਾਹਿਬ ਦਾ, ਉਹਦੇ ਕਰਕੇ ਹੋਇਆ। ਉਹ ਹੋਇਆ ਮਾਮਲਾ ਮੇਰੇ ਤੇ ਦਰਜ, ਲੇਕਿਨ ਉਹਦਾ ਕੋਰਟ ਦੇ ਵਿੱਚ ਪੈਂਡਿੰਗ ਹੈ। ਉਹ ਦੁਨਿਆਵੀ ਅਦਾਲਤ ਹੈ ਜਿਹੜੀ ਉਹ ਫੈਸਲਾ ਕਰ ਦੇਵੇਗੀ। ਮਨਯੋਗ ਅਦਾਲਤਾਂ ਨੇ ਜਿਹੜੀਆਂ ਉਹਦਾ ਫੈਸਲਾ ਕਰ ਦੇਣਗੀਆਂ, ਮੈਨੂੰ ਸਜ਼ਾ ਮਿਲਣੀ ਹੈ ਜਾਂ ਨਹੀਂ ਮਿਲਣੀ, ਇਹ ਅਪੁਆਇੰਟ ਹੋ ਜਾਣਾ, ਅਦਾਲਤ ਨੇ ਫੈਸਲਾ ਕਰ ਦੇਣਾ। ਲੇਕਿਨ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਦੇ ਦੋਖੀ ਹੋ। ਤੁਸੀਂ, ਤੁਹਾਡੇ ਅੰਦਰ ਪਿਰਥੀ ਦੀ ਰੂਹ ਹੈ ਜਿਹੜੀ ਉਹ ਦਾਖਲ ਹੋ ਚੁੱਕੀ ਹੈ। ਅੱਜ ਤੁਸੀਂ ਦਰਬਾਰ ਸਾਹਿਬ ਦੀ ਬਰਾਬਰਤਾ ਕਰੀ ਜਾ ਰਹੇ ਹੋ। ਮੇਰੇ ਤੇ ਤਾਂ ਤੁਸੀਂ ਨੇ ਇਲਜ਼ਾਮ ਲਾਇਆ, ਤੁਹਾਡੇ ਕੌਲੀ ਚੱਟਾਂ ਨੇ ਮੇਰੇ ਤੇ FIR ਲੌਂਚ ਕਰਾਈ ਆ। ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਜਿੱਥੇ ਮਰਜ਼ੀ ਓਪਨ ਡਿਬੇਟ ਦੇ ਵਿੱਚ ਗੱਲਾਂ ਕਰਾਂਗਾ। ਅੱਜ ਵੀ ਓਪਨ ਡਿਬੇਟ ਹੀ ਸਮਝੋ ਇਸ ਗੱਲ ਨੂੰ, ਡਾਇਰੈਕਟ ਗੱਲਬਾਤ ਚੱਲ ਰਹੀ ਹੈ, ਇਹਦੇ ਵਿੱਚ ਓਪਨ ਡਿਬੇਟ ਹੈ ਬਿਲਕੁਲ। ਤੇ ਲੇਕਿਨ ਇਹਨੂੰ ਕਿਸੇ ਵੀ ਚੈਨਲ ਦੇ ਉੱਤੇ ਤੇ ਤੁਸੀਂ ਮੈਨੂੰ ਚੈਲੰਜ ਕਰਦੇ ਹੋ ਅਕਾਲ ਤਖ਼ਤ ਸਾਹਿਬ ਤੇ ਜਾਣ ਦੀ। ਮੈਂ ਤਾਂ ਹਜੇ ਇਸ ਮਸਲੇ ਨੂੰ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣ ਤੋਂ ਗੁਰੇਜ਼ ਕਰਦਾ ਸੀ, ਲੇਕਿਨ ਢੀਂਡਸਾ ਸਾਹਿਬ ਜਿਸ ਦਿਨ ਤੁਸੀਂ ਚਾਹੋਗੇ, ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਜਾਓ ਤੇ ਮੈਨੂੰ ਬੁਲਵਾਓ ਤੇ ਮੈਂ ਹਾਜ਼ਰ ਹੋ ਜਾਊਂਗਾ। ਪਰ ਫੱਗੂਵਾਲਾ ਸਾਹਿਬ ਕਦੋਂ ਜਾ ਰਹੇ ਹੋ? ਉਹਨਾਂ ਨੇ ਕਿਹਾ ਕਿ ਜਦੋਂ ਮਰਜ਼ੀ ਤਿਆਰ ਹੋ ਜਾਓ। ਮੈਂ ਤਾਂ ਅਕਾਲ ਤਖ਼ਤ ਸਾਹਿਬ ਤੇ ਉਹਨੂੰ ਤਿਆਰ ਆ ਕਰੋ, ਫਿਰ ਸਮਾਂ ਸਾਨੂੰ ਦੱਸੋ, ਪਤਾ ਲੱਗੇ ਕਿ ਕਦੋਂ ਇਸ ਮਾਮਲੇ ਨੂੰ ਕਲੀਅਰ ਹੋਣਾ ਚਾਹੀਦਾ। ਤੁਸੀਂ ਲੰਮਾ ਘੜੀਸ ਰਹੇ ਹੋ 2009 ਤੋਂ ਲੈ ਕੇ ਹੁਣ ਤੱਕ, ਨਾ ਤਾਂ ਅਕਾਲ ਤਖ਼ਤ ਸਾਹਿਬ ਕੋਈ ਐਕਸ਼ਨ ਲੈ ਰਿਹਾ, ਨਾ ਸ਼੍ਰੋਮਣੀ ਕਮੇਟੀ ਐਕਸ਼ਨ ਲੈ ਰਹੀ ਹੈ। ਮੈਂ ਤਾਂ ਇਸ ਗੱਲ ਨੂੰ ਲੰਬਾ ਘਸੀਟਣਾ ਹੀ ਨਹੀਂ ਸੀ ਚਾਹੁੰਦਾ। ਮੈਂ ਤਾਂ ਚਾਹੁੰਦਾ ਵੀ ਇਹਦਾ ਤੁਰੰਤ ਮਸਲੇ ਦਾ ਹੱਲ ਹੋਵੇ। ਸਿੱਖ ਗੁਰਦੁਆਰਾ ਜੁਡੀਸ਼ੀਅਲ ਨੇ, ਸਿੱਖ ਗੁਰਦੁਆਰਾ ਟ੍ਰਿਬਿਊਨਲ ਨੇ ਮਸਤੂਆਣਾ ਸਾਹਿਬ ਦੀ ਪ੍ਰਾਪਰਟੀ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਾਪਰਟੀ ਐਲਾਨਿਆ ਹੋਇਆ। ਢੀਂਡਸਾ ਸਾਹਿਬ ਮੁੱਕਰ ਰਹੇ ਨੇ। ਢੀਂਡਸਾ ਸਾਹਿਬ ਮੁੱਕਰ ਨਾਲ ਗੱਲ ਨਹੀਂ ਬਣਨੀ। ਜੇ ਢੀਂਡਸਾ ਸਾਹਿਬ ਤੁਸੀਂ ਮੁੱਕਰਦੇ ਹੋ, ਤੁਹਾਡੇ ਗੱਲ ਨਹੀਂ ਬਣਨੀ। ਇਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਅਗਸਤ ਦੇ ਵਿੱਚ। ਇਹ ਅਗਸਤ ਦੇ ਵਿੱਚ ਇਸ ਪੈਂਡਿੰਗ ਪਈ ਆ। ਕਿੰਨੇ ਲੰਬੇ ਸਮੇਂ ਦੀ ਪੈਂਡਿੰਗ ਪਈ ਆ ਇਹ ਅਪੀਲ ਕਿੰਨੀ ਪਾਈ ਜਿਹੜੀ ਹਾਈ ਕੋਰਟ ਦੇ ਵਿੱਚ ਪੈਂਡਿੰਗ? ਜਿਹੜੇ ਉੱਥੋਂ ਦੇ ਢੀਂਡਸਾ ਸਾਹਿਬ ਤੋਂ ਪਹਿਲਾਂ ਦੇ ਜਿਹੜੇ ਪ੍ਰਬੰਧਕ ਤੇ ਉਹਨਾਂ ਦੇ ਸਮੇਂ ਦੀ ਹੈ। ਲੇਕਿਨ ਅੱਜ ਇਹਨਾਂ ਨੇ ਐਪਲੀਕੇਸ਼ਨ ਲਾ ਕੇ ਇਹ ਉਹਨੂੰ ਆਪ ਦੇਖ ਰਹੇ ਨੇ। ਜਦੋਂ ਹੁਣ ਇਹ ਟਰਸਟ ਦੇ ਚੇਅਰਮੈਨ ਨੇ ਹੁਣ ਇਹ ਆਪ ਦੇਖ ਰਹੇ ਨੇ, ਐਪਲੀਕੇਸ਼ਨ ਲਾਈ ਹੈ। ਨਾਲੇ ਇਹ ਮੁੱਕਰਦੇ ਨੇ, ਇਹ ਇਸ ਗੱਲ ਤੋਂ ਮੁੱਕਰਦੇ ਨੇ ਵੀ ਜਿਹੜਾ ਦੂਸਰਾ ਗੁਰਦੁਆਰਾ ਕਿੱਥੇ ਆ, ਉਹ ਗੁਰਦੁਆਰਾ ਸੰਤ ਆਤਰ ਸਿੰਘ ਟਰਸਟ ਦੀ ਪ੍ਰਾਪਰਟੀ ਦੇ ਅੰਦਰ ਹੈ, ਜਿੱਥੇ ਦਰਬਾਰ ਸਾਹਿਬ ਦੀ ਕਾਪੀ ਬਣ ਰਹੀ ਹੈ। ਫੱਗੂਵਾਲਾ ਸਾਹਿਬ, ਇਹ ਅਪੀਲ ਕਿਸ ਗੱਲ ਨੂੰ ਲੈ ਕੇ ਲਾਈ ਹੈ? ਇਹ ਅਪੀਲ ਵੀ ਮੈਂ ਕੋਈ ਗੁਰਦੁਆਰਾ ਨਹੀਂ ਛੱਡਣਾ, ਮੇਰੇ ਕਬਜ਼ੇ 'ਚ ਮੈਂ ਮਾਲਕ। ਹੁਣ ਵੀ ਕਹਿ ਕੇ ਗਏ ਨੇ ਵੀ ਮੇਰਾ ਕਬਜ਼ਾ। ਢੀਂਡਸਾ ਸਾਹਿਬ ਹੁਣ ਵੀ ਤੁਹਾਡੇ ਨਾਲ ਗੱਲ ਕਰਕੇ ਫੋਨੋਂ ਤੇ ਗੱਲ ਕੀਤੀ ਆ ਉਹਨਾਂ ਨੇ, ਮੇਰਾ ਕਬਜ਼ਾ। ਉਹ ਇਹ ਗੱਲ ਕਹਿ ਰਹੇ ਨੇ ਕਿ ਟਰਸਟ ਦੇ ਵੱਲੋਂ ਮਤਲਬ ਕਿ ਮੈਂਬਰ ਬਣਾਇਆ ਗਿਆ ਪੱਕੇ ਤੌਰ ਤੇ, ਉਹ ਪ੍ਰਧਾਨ ਨੇ ਇਸ ਟਰਸਟ ਦੇ। ਉਹ ਇਹ ਦੱਸ ਦੇਣ ਵੀ ਇਲੈਕਸ਼ਨ ਕਦੋਂ ਹੋਈ ਹੈ। ਇਹ ਦੱਸ ਦੇਣ ਵੀ ਇਲੈਕਸ਼ਨ ਕਦੋਂ ਹੋਈ ਆ, ਉਹਦਾ ਵਿਧੀ ਵਿਧਾਨ ਕੀ ਹੈ। ਜੇ ਮੈਂ ਦੱਸਾਂਗਾ ਉਹ ਕਹਿਣਗੇ ਝੂਠ ਬੋਲਦਾ, ਇਹ ਤਾਂ ਬਲੈਕਮੇਲਰ ਹੈ, ਇਹ ਤਾਂ ਪਤਾ ਨਹੀਂ ਕੀ ਚਾਹੁੰਦਾ ਸਾਤੋਂ। ਲੇਕਿਨ ਐਕਚੁਅਲੀ ਉਹ ਇਹ ਦੱਸ ਦੇਣ, ਖੁਦ ਹੀ ਦੱਸ ਦੇਣ ਵੀ ਚੋਣ ਕਦੋਂ ਹੋਈ ਆ, ਕਿੰਨਾ ਸਮਾਂ ਹੋ ਗਿਆ ਚੋਣ ਹੋਈ ਨੂੰ, ਇਹ ਕਿਸੇ ਨੂੰ ਨਹੀਂ ਪਤਾ। ਨਹੀਂ, ਉਹ ਕਹਿ ਰਹੇ ਨੇ ਨਾ, ਉਹ ਤਾਂ ਕਹਿੰਦੇ ਮੈਂ ਪੱਕੇ ਤੌਰ ਤੇ ਪ੍ਰਧਾਨ ਆ ਇਹਦਾ। ਤੇ ਪੱਕੇ ਤੌਰ ਤੇ ਤਾਂ ਮੰਨਿਆ ਹੀ ਮੰਨਿਆ। ਇਸ ਗੱਲ ਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਵੀ ਉਹ ਪੱਕੇ ਤੌਰ ਤੇ ਕਾਬਜ ਨੇ, ਕਾਬਜ ਪ੍ਰਧਾਨ ਨੇ। ਚੋਣ ਕਰਾਉਣ ਡੈਮੋਕ੍ਰੈਟਿਕ ਤੌਰ ਤੇ ਇਲਾਕਾ ਤਾਂ ਧਾਹਾ ਮਾਰਦਾ। ਸਾਰਾ ਇਲਾਕਾ ਹੈਗਾ ਜਿਹੜਾ ਉੱਥੇ ਜਸਵੰਤ ਸਿੰਘ ਖਹਿਰਾ ਇਹਨਾਂ ਦਾ ਇੱਕ ਸਕੱਤਰ ਹੈ ਜਿਹੜਾ ਸਾਰੇ ਉਸ ਪ੍ਰਬੰਧ ਨੂੰ ਦੇਖਦਾ। ਉਹ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਅਕੋਰਡਿੰਗ ਟੂ ਗਵਰਨਮੈਂਟ ਸਰਵਿਸ ਰੂਲ। ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ। ਅਕੋਰਡਿੰਗ ਟੂ ਗਵਰਨਮੈਂਟ ਸਰਵਿਸ ਰੂਲ, ਗਵਰਨਮੈਂਟ ਦਾ ਮੁਲਾਜ਼ਮ ਹੈ ਜਿਹੜਾ ਉਸ ਅਦਾਰੇ ਦੀ ਦੇਖ ਰੇਖ ਨਹੀਂ ਕਰ ਸਕਦਾ। ਉਹ ਦੋ ਥਾਵੇਂ ਪ੍ਰਬੰਧ। ਹੁਣ ਉਹ ਥੋੜ੍ਹੇ ਦਿਨ ਹੋਏ, ਉਹਦੀ ਇਨਕੁਆਇਰੀ ਸ਼ੁਰੂ ਹੋਈ ਹੈ ਸਾਡੇ ਬੰਦਿਆਂ ਦੀਆਂ ਕੰਪਲੇਂਟਾਂ ਤੋਂ। ਹੁਣ ਉਹਨੇ ਆਪਣੇ ਆਪ ਨੂੰ ਸ਼ੁਰੂ ਕਰਤਾ ਲਿਖਣਾ ਵੀ ਆਨਰੇਰੀ ਸਕੱਤਰ। ਪਹਿਲਾਂ ਉਹ ਸਕੱਤਰ ਸੀ ਹੌਲੀ ਹੌਲੀ, ਤੇ ਹੁਣ ਉਹ ਆਨਰੇਰੀ ਸਕੱਤਰ ਬਣ ਗਿਆ। ਮਤਲਬ ਕਿਤੇ ਨਾ ਕਿਤੇ ਇਹਨਾਂ ਦੇ ਪ੍ਰਬੰਧ ਦੇ ਵਿੱਚ ਉੱਥੇ ਦਾਲ 'ਚ ਕਾਲਾ ਕਾਲਾ। ਬਿਲਕੁਲ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਇਲਜ਼ਾਮ ਤੁਹਾਡੇ ਤੇ ਵੀ ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਲਾਤੇ ਨੇ, ਤੁਹਾਨੂੰ ਬਲੈਕਮੇਲਰ ਤੱਕ ਕਹਿ ਦਿੱਤਾ, ਅਕਾਲ ਤਖ਼ਤ ਸਾਹਿਬ ਤੇ ਜਾਣ ਦੀ ਚੁਣੌਤੀ ਦੇ ਦਿੱਤੀ ਹੈ। ਕਦੋਂ ਪਹੁੰਚ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਹੁਣ? ਤੇ ਜੇ ਤਾਂ ਢੀਂਡਸਾ ਸਾਹਿਬ ਪਹਿਲ ਕਰ ਲੈਣ ਤਾਂ ਵੱਡੇ ਨੇ, ਵੱਡੇ ਪੁਰਾਣੇ ਬਾਦਲ ਸਾਹਿਬ ਦੇ ਪੰਥ ਦੀ ਸਿਰ ਦੇ ਉੱਤੇ ਬਿਠਾਏ ਹੋਏ ਲੀਡਰ ਨੇ, ਹੁਣ ਪੰਥ ਦੇ ਸਿਰ ਦੇ ਵਿੱਚ ਗਲੀਆਂ ਕਰਨ ਲੱਗੇ ਹੋਏ ਨੇ, ਸੁਰਾਖ ਕਰਨ ਲੱਗੇ ਹੋਏ ਨੇ। ਬਾਦਲ ਸਾਹਿਬ ਤੋਂ ਰਹਿ ਲੈ ਲੈਣ, ਜਾਂ ਕਿਸੇ ਤਖਤ ਸਾਹਿਬ ਦੇ ਜਥੇਦਾਰ ਨਾਲ ਗੱਲ ਕਰ ਲੈਣ, ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰ ਲੈਣ, ਜਾਂ ਡਾਇਰੈਕਟ ਅਪਰੋਚ ਕਰ ਲੈਣ। ਤੇ ਜਿੱਦਣ ਕਹਿਣਗੇ ਵੀ ਮੈਂ ਬਲੈਕਮੇਲਰ ਆ ਤੇ ਮੈਨੂੰ ਬੁਲਾ ਲੈਣ, ਮੈਂ ਆ ਜਾਊਂਗਾ।
ਬਿਲਕੁਲ। ਤੇ ਤੁਸੀਂ ਆਪਣੇ ਵੱਲੋਂ ਨਹੀਂ ਪਹੁੰਚ ਕਰੋਗੇ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੂੰ ਸੱਦ ਲਓ? ਨਹੀਂ, ਮੈਂ ਤਾਂ ਇੱਕੋ ਗੱਲ ਦੇ ਵਿੱਚ, ਮੈਂ ਤਾਂ ਬੜੀ ਵਾਰੀ ਇਹ ਮੇਰੀ ਕੋਸ਼ਿਸ਼ ਹੈ, ਲੇਕਿਨ ਮੈਨੂੰ ਇਹ ਸੀਗਾ ਵੀ ਪੰਥਕ ਮਸਲਾ ਹੈ, ਪੰਥਕ ਮਸਲਾ। ਗੁਰੂ ਰਾਮਦਾਸ ਦੇ, ਤੁਹਾਡਾ ਵੀ ਬਹੁਤ ਵੱਡਾ ਕੱਦ ਹੈ ਢੀਂਡਸਾ ਸਾਹਿਬ, ਬਹੁਤ ਵੱਡਾ ਕੱਦ ਸੀ ਤੁਹਾਡਾ। ਇਸ ਕੱਦ ਦੇ ਵਿੱਚ ਹੁਣ ਤੁਸੀਂ ਸਿੱਧਾ ਹੀ RSS ਦੀ ਝੋਲੀ ਪੈ ਗਏ, ਸਿੱਧਾ ਹੀ ਪੰਥਕ ਥਾਵਾਂ ਨੂੰ। ਹੁਣ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਬਦਨਾਮ ਕਰ ਰਹੇ ਹੋ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਹੈ, ਨੁਮਾਇੰਦਾ ਜਮਾਤ ਆ, ਚੁਣੀ ਹੋਈ ਹੈ। ਤੁਸੀਂ ਕਹਿੰਦੇ ਹੋ ਮੈਂ ਚੋਣ ਲੜ ਕੇ ਆਜ਼ਾਦ ਕਰਵਾ ਦੇਣੀ ਹੈ, ਲੇਕਿਨ ਇੱਕ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਵੀ ਪਹਿਲਾਂ ਮਸਤਵਾਣਾ ਆਜ਼ਾਦ ਕਰ ਦਿਓ। ਜੇ ਖੁਦ ਆਪਾਂ ਕਿਸੇ ਗੱਲ ਕਰਨ ਜਾਈਏ ਤਾਂ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਢੀਂਡਸਾ ਸਾਹਿਬ, ਪਹਿਲਾਂ ਮਸਤਵਾਣਾ ਆਜ਼ਾਦ ਕਰਕੇ ਇੱਕ ਮਿਸਾਲ ਬਣ ਜਾਓ। ਜੇ ਤੁਸੀਂ ਇਹ ਮਿਸਾਲ ਬਣੋਗੇ ਤਾਂ ਸ਼੍ਰੋਮਣੀ ਕਮੇਟੀ ਦਾ ਤੁਸੀਂ ਆਜ਼ਾਦ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ, ਅਸੀਂ ਤੁਹਾਡੇ ਨਾਲ ਖੜ ਜਾਵਾਂਗੇ। ਸਾਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ। ਅਸੀਂ ਤਾਂ ਆਪ ਕਹਿੰਦੇ ਆ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਨਾ ਦਮ ਨਹੀਂ, ਜਿਹਨੂੰ 10 ਸਾਲ ਹੋ ਗਏ ਹੁਕਮਨਾਮਾ ਹੋਏ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ ਹੋਵੇ ਤੇ ਉਹ ਆਦੇਸ਼ ਲਾਗੂ ਨਾ ਕਰਾ ਸਕੇ 10 ਸਾਲ, ਇਹਦਾ ਮਤਲਬ ਸ਼੍ਰੋਮਣੀ ਕਮੇਟੀ ਬਿਲਕੁਲ ਹੀ ਨਾਲਾਇਕ, ਬੇਅਸਰ ਤੇ ਬੇਮਹਿਨੇ ਸਾਬਤ ਹੋ ਰਹੀ ਹੈ। ਉਹਨਾਂ ਦਾ ਕੋਈ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਈ ਆ ਸਿੱਖਾਂ ਨੇ ਚੋਣ ਕਰਕੇ, ਉਹਦੇ 'ਚੋਂ ਨਾ ਕਾਮਯਾਬ ਹੋਏ ਨੇ। ਸਾਨੂੰ ਬਦਲਣੀ ਚਾਹੀਦੀ ਆ, ਮੈਂ ਇਸ ਗੱਲ ਨਾਲ 100% ਸਹਿਮਤ ਹਾਂ ਜੀ। ਸ਼ੁਕਰੀਆ, ਧੰਨਵਾਦ ਫੱਗੂਵਾਲਾ ਸਾਹਿਬ, ਤੁਸੀਂ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ। ਸਾਡੇ ਨਾਲ ਪੁਰਸ਼ੋਤਮ ਸਿੰਘ ਫੱਗੂਵਾਲਾ ਮੌਜੂਦ ਸਨ। ਤੁਸੀਂ ਸੁਣਿਆ ਕਿ ਇਹਨਾਂ ਨੇ ਬੜੀ ਬੇਬਾਕੀ ਦੇ ਨਾਲ ਇਲਜ਼ਾਮ ਜਿਹੜੇ ਲਗਾਏ ਨੇ। ਸੁਖਦੇਵ ਸਿੰਘ ਢੀਂਡਸਾ ਨੇ ਸਿੱਧਾ ਜਵਾਬ ਵੀ ਦਿੱਤਾ ਉਹਨਾਂ ਗੱਲਾਂ ਦਾ। ਇਹ ਅਕਾਲ ਤਖਤ ਸਾਹਿਬ ਕਦੋਂ ਜਾਂਦੇ ਨੇ ਜਾਂ ਢੀਂਡਸਾ ਸਾਹਿਬ ਅਕਾਲ ਤਖਤ ਸਾਹਿਬ ਤੇ ਕਦੋਂ ਪੇਸ਼ ਹੋ ਕੇ ਇਹਦਾ ਜਵਾਬ ਆਪ ਦਿੰਦੇ ਨੇ ਜਾਂ ਇਹ ਉਹਨਾਂ ਨੂੰ ਲੈ ਕੇ ਜਾਂਦੇ ਨੇ, ਇਸ ਉੱਤੇ ਸਾਡੀ ਨਜ਼ਰ ਰਹੇਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਮੇਂ ਦੇ ਵਿੱਚ ਮਸਤੂਆਣਾ ਸਾਹਿਬ ਦੇ ਵਿੱਚ ਜੋ ਉਹ ਕਹਿ ਰਹੇ ਨੇ ਕਿ ਬੇਹੰਗਮਾਂ ਦੇ ਅੰਦਰ ਗੁਰਦੁਆਰਾ, ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਤਾਂ ਕਿ ਉਹ ਪੱਖ ਵੀ ਤੁਹਾਡੇ ਤੱਕ ਲਿਆਂਦਾ ਜਾਵੇ। ਕਿਉਂਕਿ 2009 ਤੋਂ ਲੈ ਕੇ ਤੁਸੀਂ ਦੇਖਿਆ ਤਕਰੀਬਨ 11 ਸਾਲ ਹੋ ਗਏ ਇਸ ਮਸਲੇ ਨੂੰ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ, ਹੁਣ ਤੱਕ ਮਸਤੂਆਣਾ ਸਾਹਿਬ ਵਿੱਚ ਬਣੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦਾ ਕੋਈ ਵੀ ਜਿਹੜਾ ਉਹਦਾ ਹੱਲ ਨਹੀਂ ਕੱਢਿਆ ਗਿਆ। ਪੰਥ ਤੇ ਕੌਮ ਜਿਹੜੀ ਹੈ ਉਹ ਭੰਬਲਪੂਸੇ ਵਿੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਾਂਗੇ ਅਸੀਂ ਵੀ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ। ਇਹ ਨਾ ਹੋਵੇ ਕਿ ਸਿਆਸੀ ਤੌਰ ਤੇ ਦਾ ਲਾਹਾ ਕੋਈ ਹੋਰ ਲਵੇ ਤੇ ਇਸ ਮਸਲੇ ਨੂੰ ਲਗਾਤਾਰ ਉਲਝਾ ਕੇ ਲੋਕਾਂ ਦੇ ਵਿੱਚ, ਸਿੱਖਾਂ ਦੇ ਵਿੱਚ, ਸ਼ਰਧਾਲੂਆਂ 'ਚ ਦੁਬਿਧਾ ਪਾਈ ਰੱਖੇ। ਸਾਨੂੰ ਇਜਾਜ਼ਤ ਦਿਓ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।